प्यारे विद्यार्थियों, यूट्यूब चैनल लर्नर्स बोहा ते सबजैक्ट बायोलॉजी ਦੀਆਂ ਕਲਾਸਿਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਿੱਖਿਆ ਵਿਭਾਗ ਤੁਹਾਡੀ ਆਨਲਾਈਨ ਪੜ੍ਹਾਈ ਨੂੰ ਧਿਆਨ ਦੇ ਵਿੱਚ ਰੱਖ ਕੇ ਬਹੁਤ ਸਾਰੇ ਐਫਰਟਸ ਕਰ ਰਿਹਾ ਹੈ ਤੇ ਉਹਨਾਂ ਐਫਰਟਸ ਦੇ ਵਿੱਚੋਂ ਹੀ ਇੱਕ ਨਵਾਂ ਐਫਰਟ ਜੋ ਸਟਾਰਟ ਕੀਤਾ ਗਿਆ ਹੈ ਸਿੱਖਿਆ ਵਿਭਾਗ ਦੇ ਮਿਹਨਤੀ ਅਧਿਆਪਕਾਂ ਦੁਆਰਾ ਤੇ ਪਾਲਿਸੀ ਮੇਕਰਸ ਦੁਆਰਾ। ਉਸ ਦੇ ਵਿੱਚ ਕੀ ਹੈ ਕਿ ਤੁਹਾਨੂੰ ਹਰ ਰੋਜ਼ ਪੰਜਾਬ ਐਡੂਕੇਅਰ ਐਪ ਜਿਹੜੀ ਤੁਹਾਡੀ ਹੈ ਉਸ ਦੇ ਉੱਤੇ ਡੇਲੀ ਡੋਜ਼ ਸੈਕਸ਼ਨ ਦੇ ਵਿੱਚ ਸਿੰਪਲੀਫਾਈਡ ਸਟੱਡੀ ਮਟੀਰੀਅਲ ਦਿੱਤਾ ਜਾਂਦਾ ਹੈ। ਇਹ ਬੇਟਾ ਜਿਹੜਾ ਸਿੰਪਲੀਫਾਈਡ ਸਟੱਡੀ ਮਟੀਰੀਅਲ ਹੈ ਇਹ ਤੁਹਾਡੇ ਕੋਲੇ ਪਿਛਲੇ 2 ਦਿਨਾਂ ਤੋਂ ਆਉਣਾ ਸਟਾਰਟ ਹੋਇਆ ਹੈ, ਜਿਹਦੇ ਵਿੱਚ ਹਰ ਰੋਜ਼ 4 ਜਾਂ 5 ਪੇਜਾਂ ਦਾ ਤੁਹਾਨੂੰ ਮਟੀਰੀਅਲ ਸਿੰਪਲੀਫਾਈ ਕਰਕੇ ਅਤੇ ਨਾਲ ਹੀ ਉਸ ਦੇ ਵਿੱਚ ਕੁਝ ਕੁਐਸਚਨਸ ਦਿੱਤੇ ਜਾਂਦੇ ਨੇ, ਸੋਲਵਡ ਕੁਐਸਚਨਸ ਹੈਗੇ ਆ ਬੇਟਾ। ਸੋ ਆਪਾਂ ਕੀ ਕਰਨਾ ਹੈ, ਅੱਜ ਤੋਂ ਅਸੀਂ ਕੀ ਕਰਨਾ ਹੈ ਕਿ ਜਿਹੜੇ ਇਹ ਡੇਲੀ ਡੋਜ਼ ਦੇ ਵਿੱਚ ਜਿੰਨੀਆਂ ਵੀ ਇਹ ਅਸਾਈਨਮੈਂਟਸ ਆਉਣਗੀਆਂ ਉਹਨਾਂ ਨੂੰ ਅਸੀਂ ਆਪਣੇ YouTube ਚੈਨਲ ਦੇ ਥਰੂ ਡਿਸਕਸ ਕਰਦੇ ਜਾਵਾਂਗੇ। ਜਿਵੇਂ ਅਸਾਈਨਮੈਂਟਸ ਆਉਣਗੀਆਂ ਹਰ ਰੋਜ਼ ਅਸੀਂ ਉਸੇ ਤਰੀਕੇ ਨਾਲ ਅਸਾਈਨਮੈਂਟਸ ਡਿਸਕਸ ਕਰਾਂਗੇ। ਇਸ ਦੇ ਨਾਲ ਬੇਟਾ ਹੋਏਗਾ ਕਿ ਜਿਹੜਾ ਅਸੀਂ ਬੁੱਕ ਦੇ ਵਿੱਚੋਂ ਪੜ੍ਹ ਰਹੇ ਹਾਂ ਉਸ ਦੇ ਨਾਲ ਇਹਨਾਂ ਅਸਾਈਨਮੈਂਟਸ ਦੇ ਥਰੂ ਉਸਦੇ ਕੁਐਸਚਨਸ ਦਾ ਪਤਾ ਲੱਗਦਾ ਜਾਏਗਾ ਤੇ ਨਾਲ ਹੀ ਅਸੀਂ ਇਸ ਮਟੀਰੀਅਲ ਦੇ ਨਾਲ ਬੇਟਾ ਜਿਹੜਾ ਰਿਲੇਟਡ ਕੁਝ ਕੁ ਹੋਰ ਐਡੀਸ਼ਨਲ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਤੁਹਾਨੂੰ ਇਸ ਚੈਨਲ ਦੇ ਥਰੂ ਮਿਲਦੀ ਰਹੂਗੀ। ਸੋ ਬੇਟਾ, ਇਹ ਜੋ ਐਫਰਟ ਹੈਗਾ ਜਿਸ ਤਰ੍ਹਾਂ ਦਾ ਵਿਭਾਗ ਦਾ ਐਫਰਟ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ YouTube ਚੈਨਲ ਦੁਆਰਾ ਤੁਹਾਡੇ ਨਾਲ ਡਿਸਕਸ ਕੀਤਾ ਜਾਏਗਾ। ਇਹ ਮੈਂ ਤੁਹਾਡੇ ਤੋਂ ਹੀ ਉਮੀਦ ਕਰਾਂਗਾ ਕਿ ਤੁਸੀਂ ਇਸ ਐਫਰਟ ਦੇ ਅਕੋਰਡਿੰਗਲੀ ਹੀ ਆਪਣੇ ਆਪ ਨੂੰ ਮਿਹਨਤ ਕਰੋਗੇ, ਆਪਣੇ ਆਪ ਨੂੰ ਪ੍ਰਪੇਅਰ ਕਰੋਗੇ ਤੇ ਇਹਨਾਂ ਡੇਲੀ ਡੋਜ਼ ਅਸਾਈਨਮੈਂਟਸ ਦੀ ਇੰਪੋਰਟੈਂਸ ਨੂੰ ਸਮਝੋਗੇ। ਜੇ ਤੁਸੀਂ ਬੇਟਾ ਇਹਨਾਂ ਦੀ ਇੰਪੋਰਟੈਂਸ ਨੂੰ ਸਮਝ ਗਏ ਤਾਂ ਤੁਸੀਂ ਸਟੱਡੀ ਨਾਲੋਂ ਟੁੱਟੋਗੇ ਨਹੀਂ। ਤੁਹਾਡੀਆਂ ਸਾਰਿਆਂ ਦੀਆਂ ਕਲਾਸਿਸ ਲੱਗ ਰਹੀਆਂ ਨੇ, ਅਲੱਗ-ਅਲੱਗ ਸਕੂਲਾਂ ਦੇ ਵਿੱਚ ਬੇਟਾ ਤੁਸੀਂ ਪੜ੍ਹਦੇ ਹੋ। ਕੁਝ ਕੁ ਵਿਦਿਆਰਥੀਆਂ ਦੀ Zoom ਤੇ ਕਲਾਸਿਸ ਲੱਗਦੀਆਂ ਨੇ, ਕੁਝ ਕੁ YouTube ਤੇ ਆਨਲਾਈਨ ਕਲਾਸਿਸ ਲੈ ਰਹੇ ਹੈ। ਸੋ ਅਲੱਗ-ਅਲੱਗ ਤਰੀਕੇ ਨਾਲ ਤੁਸੀਂ ਕਲਾਸਿਸ ਲੈ ਰਹੇ ਹੋ, ਬਟ ਉਹਨਾਂ ਕਲਾਸਿਸ ਦੇ ਨਾਲ ਜੇ ਤੁਸੀਂ ਬੇਟਾ ਹਰ ਰੋਜ਼ ਦੇ 5 ਜਾਂ 10 ਮਿੰਟਾਂ ਦੀ ਜਿਹੜੀ ਡਿਸਕਸ਼ਨ ਹੋਊਗੀ ਇਸ ਡਿਸਕਸ਼ਨ ਦੇ ਉੱਤੇ ਬੇਟਾ ਜਿਹੜਾ ਹੈਗਾ ਤੁਸੀਂ ਟਾਈਮ ਸਪੈਂਡ ਕਰੋਗੇ ਤਾਂ ਡੈਫੀਨੇਟਲੀ ਬੇਟਾ ਜਿਹੜੀ ਤੁਹਾਡੀ ਮਿਹਨਤ ਹੈਗੀ ਜਿਹੜਾ ਤੁਸੀਂ ਸਬਜੈਕਟ ਮੈਟਰ ਪੜ੍ਹ ਰਹੇ ਹੋ ਉਸ ਦੇ ਨਾਲ ਇਹ ਇੱਕ ਸਪਲੀਮੈਂਟਰੀ ਮਟੀਰੀਅਲ ਦੇ ਤੌਰ ਤੇ ਹੋਊਗਾ ਤੇ ਤੁਹਾਨੂੰ ਡੈਫੀਨੇਟਲੀ ਬੇਟਾ ਇਹ ਐਗਜ਼ਾਮਸ ਦੇ ਵਿੱਚ ਹੈਲਪ ਕਰੇਗਾ। ਸੋ ਬੇਟਾ, ਹੁਣ ਅਸੀਂ ਸਟਾਰਟ ਕਰ ਰਹੇ ਹਾਂ ਅੱਜ ਦਾ ਸਾਡਾ ਜੋ ਪਹਿਲਾ ਡੇਲੀ ਡੋਜ਼ ਦੀ ਅਸਾਈਨਮੈਂਟ ਹੈ। ਸੋ ਬੇਟਾ, ਸਾਡੀ ਯੂਨਿਟ 1 ਦੀ ਜੋ ਅਸਾਈਨਮੈਂਟ ਨੰਬਰ 1 ਹੈ ਉਸ ਦਾ ਟੌਪਿਕ ਹੈ ਰੀਪਰੋਡਕਸ਼ਨ ਐਂਡ ਟਾਈਪਸ ਆਫ ਰੀਪਰੋਡਕਸ਼ਨ। ਇਹ ਸਾਡੇ ਚੈਪਟਰ ਨੰਬਰ 1 ਦੀ ਅਸਾਈਨਮੈਂਟ ਹੈਗੀ ਹੈ ਅਤੇ ਇਹ ਅਸਾਈਨਮੈਂਟ ਮੇਰੇ ਬਹੁਤ ਹੀ ਵਧੀਆ ਦੋਸਤ ਅਤੇ ਬਾਇਓਲੋਜੀ ਲੈਕਚਰਰ ਇੱਕ ਵਧੀਆ ਅਧਿਆਪਕ ਦੀਪਕ ਕੁਮਾਰ ਜੀ ਦੁਆਰਾ ਤਿਆਰ ਕੀਤੀ ਗਈ ਹੈ। ਖਾਈ ਫੇਮੇ ਕੇ ਸਕੂਲ ਦੇ ਵਿੱਚ ਬੇਟਾ ਇਹ ਪੜ੍ਹਾਉਂਦੇ ਹੈ। ਸੋ ਇਹਨਾਂ ਦੇ ਵੀ ਬੇਟਾ ਬਹੁਤ ਸਾਰੀਆਂ ਅਸਾਈਨਮੈਂਟਸ ਜਾਂ ਇਸ ਤਰ੍ਹਾਂ ਦਾ ਮਟੀਰੀਅਲ ਤੁਹਾਡੇ ਕੋਲ ਸਮੇਂ ਟੂ ਟਾਈਮ ਜਿਹੜਾ ਹੈਗਾ ਉਹ ਮਿਲਦਾ ਰਹਿੰਦਾ ਹੈ। ਅੱਜ ਦੀ ਬੇਟਾ ਅਸੀਂ ਡਿਸਕਸ਼ਨ ਸਟਾਰਟ ਕਰਦੇ ਹਾਂ। ਸੋ ਸਾਡਾ ਸਭ ਤੋਂ ਪਹਿਲਾ ਟੌਪਿਕ ਹੈ ਕਿ ਲਾਈਫ ਸਪੈਨ ਕੀ ਹੁੰਦਾ ਹੈ। ਲਾਈਫ ਸਪੈਨ ਕੀ ਹੈ ਬੇਟਾ? ਕਿਸੇ ਵੀ ਆਰਗੈਨਿਜ਼ਮ ਦੇ ਬਰਥ ਤੋਂ ਲੈ ਕੇ ਉਸ ਦੀ ਡੈਥ ਤੱਕ ਦਾ ਟਾਈਮ ਜਿਹੜਾ ਹੈਗਾ ਦੈਟ ਇਜ਼ ਦਾ ਲਾਈਫ ਸਪੈਨ। ਦ ਪੀਰੀਅਡ ਫਰੋਮ ਬਰਥ ਟੂ ਦ ਨੈਚੁਰਲ ਡੈਥ ਆਫ ਆਰਗੈਨਿਜ਼ਮ ਰੀਪ੍ਰੈਜ਼ੈਂਟਸ ਇਟਸ ਲਾਈਫ ਸਪੈਨ। ਲਾਈਫ ਸਪੈਨ ਬੇਟਾ ਅਲੱਗ-ਅਲੱਗ ਆਰਗੈਨਿਜ਼ਮਸ ਦਾ ਅਲੱਗ-ਅਲੱਗ ਹੁੰਦਾ ਹੈ। ਜਿਸ ਤਰ੍ਹਾਂ ਇਹ ਟਾਰਟੋਇਜ਼ ਹੈ, ਇਸ ਦਾ ਲਾਈਫ ਸਪੈਨ ਜਿਹੜਾ ਹੈਗਾ 80 to 120 ਈਅਰਸ ਹੈ ਅਤੇ ਬੇਟਾ ਐਲੀਫੈਂਟ ਦਾ 60 to 70 ਈਅਰਸ ਹੈਗਾ। ਇਸੇ ਤਰੀਕੇ ਨਾਲ ਹੀ ਬੇਟਾ ਜਿਹੜਾ ਹੈਗਾ ਇਹ ਬਟਰਫਲਾਈ ਦਾ 8 to 12 ਮੰਥਸ ਹੈਗਾ। ਬਟ ਇਸ ਚੀਜ਼ ਤੋਂ ਅਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿਸੇ ਆਰਗੈਨਿਜ਼ਮ ਦੇ ਲਾਈਫ ਸਪੈਨ ਨੂੰ ਅਸੀਂ ਉਸਦੇ ਸਾਈਜ਼ ਨਾਲ ਕੋਰਿਲੇਟ ਕਰੀਏ ਕਿ ਛੋਟਾ ਆਰਗੈਨਿਜ਼ਮ ਸੀ ਇਹਦਾ ਲਾਈਫ ਸਪੈਨ ਘੱਟ ਸੀ, ਇਹ ਵੱਡਾ ਆਰਗੈਨਿਜ਼ਮ ਹੈ ਇਸ ਦਾ ਲਾਈਫ ਸਪੈਨ ਵੱਧ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਟਾਰਟਾਈਜ਼ ਦਾ ਵੀ ਸਾਈਜ਼ ਜਿਹੜਾ ਜ਼ਿਆਦਾ ਨਹੀਂ ਹੈ ਬਟ ਇਸ ਦਾ ਲਾਈਫ ਸਪੈਨ ਬਹੁਤ ਜ਼ਿਆਦਾ ਹੈ। ਇਸ ਕਰਕੇ ਇਸ ਦਾ ਕੋਰਿਲੇਸ਼ਨ ਜਿਹੜਾ ਹੈਗਾ ਬੇਟਾ ਉਹ ਕਦੇ ਵੀ ਅਸੀਂ ਸਾਈਜ਼ ਦੇ ਨਾਲ ਨਹੀਂ ਕਰ ਸਕਦੇ। ਦੂਸਰਾ ਬੇਟਾ ਇਹ ਹੈ ਕਿ ਜਿਹੜਾ ਵੀ ਕੋਈ ਆਰਗੈਨਿਜ਼ਮ ਜਿਸ ਦਾ ਬਰਥ ਹੁੰਦਾ ਹੈ ਉਸ ਦੀ ਡੈਥ ਹੋਣੀ ਸੁਭਾਵਿਕ ਹੈ। ਸੋ ਕੋਈ ਵੀ ਆਰਗੈਨਿਜ਼ਮ ਇਮੋਰਟਲ ਨਹੀਂ ਹੈਗਾ। ਇਸ ਕਰਕੇ ਬੇਟਾ ਜਿਹੜਾ ਲਾਈਫ ਸਪੈਨ ਹਰ ਇੱਕ ਆਰਗੈਨਿਜ਼ਮ ਦਾ ਡੈਫੀਨੇਟ ਹੋਏਗਾ। ਇਹ ਬੇਟਾ ਜਿਹੜਾ ਐਵਰੇਜ ਲਾਈਫ ਸਪੈਨ ਹੁੰਦਾ ਹੈ। ਇਸ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਆਰਗੈਨਿਜ਼ਮ ਆਪਣੀ ਲਾਈਫ ਸਪੈਨ ਦੇ ਵਿੱਚ ਹੈਗਾ ਤਾਂ ਉਹ ਕੁਝ ਕੁ ਟਾਈਮ ਤੋਂ ਬਾਅਦ ਦੇ ਵਿੱਚ ਜਦੋਂ ਅਡਲਟ ਹੋ ਜਾਂਦਾ ਐਟ ਦੈਟ ਟਾਈਮ ਉਸ ਦੇ ਕੋਲ ਕੈਪੈਸਿਟੀ ਆਫ ਰੀਪਰੋਡਕਸ਼ਨ ਆ ਜਾਂਦੀ ਹੈ। ਰੀਪਰੋਡਕਸ਼ਨ ਦਾ ਮਤਲਬ ਕੀ ਹੁੰਦਾ ਹੈ? ਰੀਪਰੋਡਕਸ਼ਨ ਦਾ ਮਤਲਬ ਰੀਪਰੋਡਿਊਸ, ਦੁਬਾਰਾ ਪ੍ਰੋਡਿਊਸ ਕਰਨਾ, ਮੁੜ ਪ੍ਰੋਡਿਊਸ ਕਰਨਾ, ਮਤਲਬ ਕਿ ਆਪਣੇ ਵਰਗੇ ਹੋਰ ਆਰਗੈਨਿਜ਼ਮਸ ਪ੍ਰੋਡਿਊਸ ਕਰਨਾ। ਕੋਈ ਵੀ ਆਰਗੈਨਿਜ਼ਮ ਆਪਣੇ ਵਰਗੇ ਯੰਗ ਵਨਸ ਪ੍ਰੋਡਿਊਸ ਕਰਦਾ ਸੋ ਦੈਟ ਉਸ ਦੀ ਕੰਟੀਨਿਊਟੀ ਆਫ ਜਨਰੇਸ਼ਨ ਰਹਿ ਸਕੇ।
ਕਿ ਧਰਤੀ ਦੇ ਉੱਤੇ ਉਹ ਆਰਗੈਨਿਜ਼ਮ ਜਿਹੜੇ ਹੈਗੇ ਨੇ ਆਪਣੀ ਇੱਕ ਗਿਣਤੀ ਵਧਾ ਕੇ ਰੱਖ ਸਕਣ, ਮੇਨਟੇਨ ਕਰਕੇ ਰੱਖ ਸਕਣ। ਇਸ ਕਰਕੇ ਹਰ ਇੱਕ ਆਰਗੈਨਿਜ਼ਮ ਦੇ ਕੋਲੇ ਆਪਣਾ ਆਪਣਾ ਰੀਪਰੋਡਕਟਿਵ ਪੋਟੈਂਸ਼ੀਅਲ ਹੁੰਦਾ ਹੈ। ਹਰ ਇੱਕ ਆਰਗੈਨਿਜ਼ਮ ਰੀਪਰੋਡਿਊਸ ਕਰਦਾ ਹੈ, ਚਾਹੇ ਦੀ ਉਹ ਛੋਟਾ ਆਰਗੈਨਿਜ਼ਮ ਹੈ, ਵੱਡਾ ਆਰਗੈਨਿਜ਼ਮ ਹੈ। ਅਤੇ ਬੇਟਾ ਰੀਪਰੋਡਕਸ਼ਨ ਦੇ ਅਲੱਗ-ਅਲੱਗ ਮੋਡਸ ਹੋ ਸਕਦੇ ਨੇ। ਇਹ ਜਿਹੜੇ ਮੋਡਸ ਰੀਪਰੋਡਕਸ਼ਨ ਦੇ ਹੈਗੇ ਨੇ ਉਹ ਅਸੀਂ ਇੱਥੇ ਡਿਸਕਸ ਕਰਨੇ ਹੈ। ਰੀਪਰੋਡਕਸ਼ਨ ਦੇ ਬੇਸਿਕਲੀ 2 ਮੋਡਸ ਨੇ, ਏ ਸੈਕਸ਼ੁਅਲ ਰੀਪਰੋਡਕਸ਼ਨ ਐਂਡ ਸੈਕਸ਼ੁਅਲ ਰੀਪਰੋਡਕਸ਼ਨ। ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਬੇਟਾ ਇਹ ਸਭ ਪੜ੍ਹ ਚੁੱਕੇ ਹੋ। ਸੈਕਸ਼ੁਅਲ ਰੀਪਰੋਡਕਸ਼ਨ ਕੀ ਹੁੰਦੀ ਹੈ? ਦਿਸ ਇਜ਼ ਦਾ ਟਾਈਪ ਆਫ ਰੀਪਰੋਡਕਸ਼ਨ which involve the production of offspring by the fusion of male and female gametes। ਹੁਣ ਮੇਲ ਤੇ ਫੀਮੇਲ ਗੈਮੀਟਸ ਕੀ ਨੇ? ਮਤਲਬ ਕਿ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ 2 ਪੇਰੈਂਟਸ ਇਨਵੋਲਵ ਹੁੰਦੇ ਆ, ਮੇਲ ਐਂਡ ਫੀਮੇਲ। ਅਸਲ ਦੇ ਵਿੱਚ ਹੁੰਦਾ ਕੀ ਹੈ, ਜਿਹੜਾ ਫੀਮੇਲ ਆਰਗੈਨਿਜ਼ਮ ਹੈ, ਫੀਮੇਲ ਆਰਗੈਨਿਜ਼ਮ ਦੀ ਬਾਡੀ ਵੀ ਡਿਪਲੋਇਡ ਹੁੰਦੀ ਹੈ, ਅਤੇ ਜਿਹੜਾ ਮੇਲ ਆਰਗੈਨਿਜ਼ਮ ਹੈ, ਮੇਲ ਆਰਗੈਨਿਜ਼ਮ ਦੀ ਬਾਡੀ ਵੀ ਡਿਪਲੋਇਡ ਹੁੰਦੀ ਹੈ। ਮਤਲਬ ਕਿ ਡਬਲ ਸੈੱਟ ਆਫ ਕ੍ਰੋਮੋਸੋਮਸ ਹੁੰਦੇ ਨੇ। ਤਾਂ ਇਹ ਮਿਓਸਿਸ ਦੇ ਥਰੂ ਆਪਣੇ ਗੈਮੀਟਸ ਪ੍ਰੋਡਿਊਸ ਕਰਦੇ ਹੈ। ਮੇਲ ਦਾ ਜਿਹੜਾ ਗੈਮੀਟ ਹੈਗਾ ਬੇਟਾ ਉਹ ਸਪਰਮ ਹੈਗਾ, ਜਿਹਦੇ ਕੋਲ ਹੈਪਲੋਇਡ ਨੰਬਰ ਆਫ ਕ੍ਰੋਮੋਸੋਮ ਹੋਏਗਾ। ਫੀਮੇਲ ਦਾ ਗੈਮੀਟ ਹੈ ਐਗ ਹੈ, ਜਿਹਦੇ ਕੋਲ ਹੈਪਲੋਇਡ ਨੰਬਰ ਆਫ ਕ੍ਰੋਮੋਸੋਮ ਹੈ। ਤਾਂ ਇਹ ਜਿਹੜੇ ਗੈਮੀਟਸ ਹੈਗੇ ਨੇ ਬੇਟਾ ਜਦੋਂ ਫਿਊਜ਼ ਕਰ ਜਾਂਦੇ ਆ ਤਾਂ ਇਹਨਾਂ ਦੀ ਫਿਊਜ਼ਨ ਤੋਂ ਬਾਅਦ 'ਚ ਜਾਈਗੋਟ ਬਣਦਾ, ਜਿਹੜਾ ਅਗੇਨ ਡਿਪਲੋਇਡ ਹੈ। ਜਿਹੜੀ ਇਹ ਮੇਲ ਅਤੇ ਫੀਮੇਲ ਦੀ ਫਿਊਜ਼ਨ ਹੈਗੀ ਹੈ ਗੈਮੀਟਸ ਦੀ, ਦਿਸ ਇਜ਼ ਨੋਨ ਐਜ਼ ਫਰਟੀਲਾਈਜੇਸ਼ਨ। ਸੋ ਫਰਟੀਲਾਈਜੇਸ਼ਨ ਇੱਕ ਇੰਪੋਰਟੈਂਟ ਸਟੈਪ ਹੈਗਾ ਬੇਟਾ ਇਸ ਦੇ ਵਿੱਚ। ਫਰਟੀਲਾਈਜੇਸ਼ਨ ਦੇ ਨਾਲ ਹੀ ਦੁਬਾਰਾ ਫਿਰ ਜਿਹੜਾ ਕ੍ਰੋਮੋਸੋਮ ਨੰਬਰ ਰਿਟੇਨ ਹੋ ਜਾਂਦਾ ਹੈ। ਦਿਨ ਬੇਟਾ ਜਿਹੜੇ ਇਹ ਆਪਣੇ ਕੋਲ ਡਿਪਲੋਇਡ ਜਾਈਗੋਟ ਆ ਗਿਆ, ਇਸ ਦੀ ਡਿਵੀਜ਼ਨ ਹੋਏਗੀ। ਡਿਵੀਜ਼ਨ ਤੋਂ ਬਾਅਦ ਦੇ ਵਿੱਚ ਇਸ ਦੀ ਕਲੀਵੇਜ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਐਂਬਰੀਓ ਬਣੇਗਾ ਅਤੇ ਫੀਟਸ ਡਿਵੈਲਪ ਹੋਏਗਾ ਅਤੇ ਯੰਗ ਵਨ ਪ੍ਰੋਡਿਊਸ ਹੋ ਜਾਏਗਾ। ਸੋ ਇਹ ਬੇਟਾ ਜਿਹੜਾ ਹੈਗਾ ਆਪਣੇ ਕੋਲ ਇੱਕ ਤਰੀਕੇ ਨਾਲ ਸੈਕਸ਼ੁਅਲ ਰੀਪਰੋਡਕਸ਼ਨ ਦਾ ਜਿਹੜਾ ਮੇਨ ਇਵੈਂਟਸ ਕਿਹੜੇ ਹੈਗੇ ਨੇ ਬੇਟਾ, ਉਹ ਇਵੈਂਟਸ ਬਰੀਫ ਦੇ ਵਿੱਚ ਡਿਸਕਸ਼ਨ ਕੀਤੀ ਹੋਈ ਹੈ ਇਸ ਦੀ। ਸੋ ਇਸ ਦੇ ਜਿਹੜੇ ਇਵੈਂਟਸ ਹੈਗੇ ਨੇ, ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਗੈਮੀਟੋਜੈਨੇਸਿਸ ਹੁੰਦਾ ਹੈ, ਜਿਸ 'ਚ ਪ੍ਰੋਡਕਸ਼ਨ ਆਫ ਫੀਮੇਲ ਐਂਡ ਪ੍ਰੋਡਕਸ਼ਨ ਆਫ ਮੇਲ ਗੈਮੀਟਸ ਹੈ। ਦੂਸਰਾ ਇਵੈਂਟ ਫਰਟੀਲਾਈਜੇਸ਼ਨ ਹੈ, ਜਿਹਦੇ ਵਿੱਚ ਫਿਊਜ਼ਨ ਆਫ ਮੇਲ ਐਂਡ ਫੀਮੇਲ ਗੈਮੀਟ ਹੈ। ਤੀਸਰਾ ਇਵੈਂਟ ਜਿਹੜਾ ਹੈਗਾ ਬੇਟਾ ਉਹ ਕਲੀਵੇਜ ਹੈਗਾ। ਕਲੀਵੇਜ ਦੇ ਵਿੱਚ ਇਹ ਜਾਈਗੋਟ ਡਿਵਾਈਡ ਕਰਨਾ ਸ਼ੁਰੂ ਕਰ ਦਿੰਦਾ ਮਾਈਟੋਟਿਕ ਡਿਵੀਜ਼ਨਸ ਦੁਆਰਾ। ਜਦੋਂ ਬੇਟਾ ਇਸ ਦੇ ਵਿੱਚ 16 ਤੋਂ 32 ਸੈੱਲ ਦੀ ਸਟੇਜ ਜਿਹੜੀ ਹੈਗੀ ਇੰਨੇ ਆ ਜਾਂਦੇ ਨੇ, ਤਾਂ ਇਹ ਆਪਣੇ ਆਪ ਨੂੰ ਫੀਮੇਲ ਦੀ ਬਾਡੀ ਦੇ ਵਿੱਚ ਇੰਪਲਾਂਟ ਕਰ ਲੈਂਦਾ, ਫੀਮੇਲ ਦੀ ਯੂਟਰਸ ਦੇ ਵਿੱਚ ਇੰਪਲਾਂਟ ਕਰ ਲੈਂਦਾ। ਇੰਪਲਾਂਟੇਸ਼ਨ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਰਮ ਲੇਅਰਸ ਬਣ ਜਾਂਦੀਆਂ ਨੇ, ਗੈਸਟਰੂਲੇਸ਼ਨ ਹੁੰਦੀ ਹੈ। ਜਰਮ ਲੇਅਰਸ ਤੋਂ ਬਾਅਦ 'ਚ ਪੂਰੇ ਦਾ ਪੂਰਾ ਆਰਗੈਨਿਜ਼ਮ ਬਣ ਜਾਂਦਾ। ਸੋ ਇਹ ਬੇਸਿਕ ਜਿਹੇ ਸਟੈਪ ਹੈਗੇ ਨੇ ਜਿਹੜੇ ਸੈਕਸ਼ੁਅਲ ਰੀਪਰੋਡਕਸ਼ਨ 'ਚ ਹੁੰਦੇ ਹੈ, ਅਤੇ ਅਸੀਂ ਬੇਟਾ ਡਿਟੇਲ ਦੇ ਵਿੱਚ ਇਹ ਸਾਡੇ 2nd ਅਤੇ 3rd ਚੈਪਟਰ ਦੇ ਵਿੱਚ ਪੜ੍ਹਨੇ ਆ। ਇਸ ਤੋਂ ਬਾਅਦ 'ਚ ਏ ਸੈਕਸ਼ੁਅਲ ਰੀਪਰੋਡਕਸ਼ਨ ਹੈ। ਇਹ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਸਿਰਫ ਇੱਕ ਹੀ ਪੇਰੈਂਟ ਇਨਵੋਲਵ ਹੁੰਦਾ ਹੈ। ਜਿਵੇਂ ਅਸੀਂ ਹਾਈਡਰਾ ਦੀ ਗੱਲ ਕਰਦੇ ਹਾਂ, ਹਾਈਡਰਾ ਦੇ ਵਿੱਚ ਬਡਿੰਗ ਹੁੰਦੀ ਹੈ, ਬਾਈਨਰੀ ਫਿਜ਼ਨ ਹੁੰਦੀ ਹੈ ਅਮੀਬਾ ਦੇ ਵਿੱਚ। ਤਾਂ ਹਾਈਡਰਾ ਦੀ ਬੇਟਾ ਇਹ ਦਿਖਾਇਆ ਵੀ ਹੋਇਆ ਕਿ ਕਿਸ ਤਰੀਕੇ ਨਾਲ ਇੱਕ ਆਊਟਗਰੋਥ ਇਸ ਤੋਂ ਪ੍ਰੋਟੂਬਰੈਂਸ ਦਿਖਾਈ ਦਿੰਦੀ ਹੈ। ਇਸ ਆਊਟਗਰੋਥ ਨੂੰ ਅਸੀਂ ਬਡ ਕਹਿੰਦੇ ਹਾਂ। ਇਹਦੇ ਉੱਤੇ ਟੈਂਟੀਕਲਸ ਡਿਵੈਲਪ ਹੋ ਜਾਂਦੇ ਨੇ ਅਤੇ ਫਿਰ ਇਹ ਮੇਨ ਬਾਡੀ ਤੋਂ ਸੈਪਰੇਟ ਹੋ ਜਾਂਦਾ ਹੈ। ਤਾਂ ਇਹ ਆਪਣੇ ਕੋਲ ਬੇਟਾ ਬਡਿੰਗ ਹੈ। ਬਡਿੰਗ ਦੇ ਨਾਲ ਇਸ ਤਰੀਕੇ ਨਾਲ ਜਿਵੇਂ ਅਸੀਂ ਅਮੀਬਾ ਦੇ ਵਿੱਚ ਕਹਿੰਦੇ ਹਾਂ ਕਿ ਇੱਕ ਅਮੀਬਾ ਹੁੰਦਾ, ਉਸ ਦੇ ਵਿੱਚ ਬੇਟਾ ਇਹ ਨਿਊਕਲੀਅਸ ਹੈਗਾ। ਤਾਂ ਇਸ ਦੇ ਵਿੱਚ ਬੇਟਾ ਜਿਹੜਾ ਸੈੱਲ ਡਿਵਾਈਡ ਕਰਨਾ ਸ਼ੁਰੂ ਕਰ ਦਿੰਦਾ ਅਤੇ ਨਾਲ ਨਾਲ ਨਿਊਕਲੀਅਸ ਜਿਹੜਾ ਹੈਗਾ, ਨਿਊਕਲੀਅਸ ਵੀ ਡਿਵਾਈਡ ਕਰਨਾ ਸ਼ੁਰੂ ਕਰ ਦਿੰਦਾ ਅਤੇ ਹੌਲੀ ਹੌਲੀ ਜਿਹੜਾ ਹੈਗਾ ਇਸ ਤੋਂ 2 ਜਿਹੜੇ ਹੈਗੇ ਨੇ ਉਹ ਅਮੀਬਾ ਜਿਹੜੇ ਪ੍ਰੋਡਿਊਸ ਹੋ ਜਾਂਦੇ ਨੇ। ਤਾਂ ਇਹ ਬਾਈਨਰੀ ਫਿਜ਼ਨ ਹੁੰਦੀ ਹੈ। ਇਸੇ ਤਰੀਕੇ ਨਾਲ ਹੀ ਪੈਰਾਮੀਸ਼ੀਅਮ ਦੇ ਵਿੱਚ ਵੀ ਬਾਈਨਰੀ ਫਿਜ਼ਨ ਹੁੰਦੀ ਹੈ। ਦੈਨ ਬੇਟਾ ਦੇਰ ਆਰ ਫਿਊ ਪੁਆਇੰਟਸ ਆਫ ਡਿਫਰੈਂਸ ਬਿਟਵੀਨ ਸੈਕਸ਼ੁਅਲ ਰੀਪਰੋਡਕਸ਼ਨ ਐਂਡ ਏ ਸੈਕਸ਼ੁਅਲ ਰੀਪਰੋਡਕਸ਼ਨ। ਆਲਦੋ ਅਸੀਂ ਇਹ ਸਾਰਾ ਕੁਝ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਏ ਸੈਕਸ਼ੁਅਲ ਰੀਪਰੋਡਕਸ਼ਨ ਲੋਅਰ ਇਨਵਰਟੀਬ੍ਰੇਟਸ ਦੇ ਵਿੱਚ ਕਾਮਨ ਹੈਗੀ ਹੈ, ਪਲਾਂਟਸ ਦੇ ਵਿੱਚ ਵੀ ਹੁੰਦੀ ਹੈ। ਸੈਕਸ਼ੁਅਲ ਰੀਪਰੋਡਕਸ਼ਨ ਐਨੀਮਲਸ ਦੇ ਵਿੱਚ ਅਤੇ ਹਾਇਰ ਪਲਾਂਟਸ ਦੇ ਵਿੱਚ ਹੁੰਦੀ ਹੈ। ਇਹ ਸੈਕਸ਼ੁਅਲ ਰੀਪਰੋਡਕਸ਼ਨ ਯੂਨੀਪੇਰੈਂਟਲ ਹੈ, ਇੱਕੋ ਹੀ ਪੇਰੈਂਟ ਹੁੰਦਾ ਹੈ। ਇਹ ਜਿਹੜੀ ਸੈਕਸ਼ੁਅਲ ਰੀਪਰੋਡਕਸ਼ਨ ਹੈ ਬਾਈ ਪੇਰੈਂਟਲ ਹੈ। ਕਿਉਂਕਿ ਇਹ ਸੈਕਸ਼ੁਅਲ ਰੀਪਰੋਡਕਸ਼ਨ ਯੂਨੀਪੇਰੈਂਟਲ ਹੈ, ਸੋ ਉਹਦੇ ਵਿੱਚ ਗੈਮੀਟਸ ਨਹੀਂ ਬਣਨਗੇ ਅਤੇ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਗੈਮੀਟਸ ਦੀ ਫਾਰਮੇਸ਼ਨ ਹੁੰਦੀ ਹੈ। ਇਹ ਸੈਕਸ਼ੁਅਲ ਜਦੋਂ ਗੈਮੀਟਸ ਦੀ ਫਾਰਮੇਸ਼ਨ ਨਹੀਂ ਹੋਈ ਤਾਂ ਫਰਟੀਲਾਈਜੇਸ਼ਨ ਵੀ ਨਹੀਂ ਹੋਏਗੀ। ਸੋ ਇੱਧਰ ਫਰਟੀਲਾਈਜੇਸ਼ਨ ਹੋਏਗੀ। ਫਰਟੀਲਾਈਜੇਸ਼ਨ ਤੋਂ ਬਾਅਦ ਜਦੋਂ ਜਾਈਗੋਟ ਹੋ ਗਿਆ, ਜਾਈਗੋਟ ਜਿਹੜਾ ਹੈਗਾ ਉਹ ਮਾਈਟੋਸਿਸ ਨਾਲ ਡਿਵਾਈਡ ਕਰਦਾ ਹੈ, ਬਟ ਉਸ ਤੋਂ ਪਹਿਲਾਂ ਗੈਮੀਟ ਫਾਰਮੇਸ਼ਨ ਦੇ ਟਾਈਮ 'ਤੇ ਮਿਓਸਿਸ ਵੀ ਹੁੰਦੀ ਹੈ। ਜਦੋਂ ਕਿ ਏ ਸੈਕਸ਼ੁਅਲ ਰੀਪਰੋਡਕਸ਼ਨ ਜਦੋਂ ਗੈਮੀਟ ਫਾਰਮੇਸ਼ਨ ਹੀ ਨਹੀਂ ਹੋਣੀ ਤਾਂ ਇਹਦਾ ਮਤਲਬ ਇਹਦੇ ਵਿੱਚ ਮਿਓਸਿਸ ਨਹੀਂ ਹੋਏਗੀ ਅਤੇ ਇਹਦੇ ਵਿੱਚ ਸਿਰਫ ਮਾਈਟੋਸਿਸ ਹੋਏਗੀ। ਦੈਨ ਏ ਸੈਕਸ਼ੁਅਲ ਰੀਪਰੋਡਕਸ਼ਨ ਸਿਰਫ ਇੱਕ ਹੀ ਪੇਰੈਂਟ ਤੋਂ ਬਣ ਰਹੀ ਹੈ, ਇਸ ਕਰਕੇ ਜਿਹੜੇ ਇਹ ਡਾਟਰ ਸੈਲਸ ਹੋਣਗੇ ਥੀਸ ਵਿਲ ਬੀ ਜੈਨੇਟਿਕਲੀ ਆਇਡੈਂਟੀਕਲ ਟੂ ਪੇਰੈਂਟ, ਅਤੇ ਜਿਹੜੇ ਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਡਾਟਰ ਸੈਲਸ ਹੋਣਗੇ ਇਹ ਬੇਟਾ ਜਿਹੜੇ ਹੈਗੇ ਨੇ ਪੇਰੈਂਟ ਤੋਂ ਅਲੱਗ ਹੋਣਗੇ, ਕਿਉਂਕਿ ਇਹ ਪੇਰੈਂਟਸ ਦੀ ਮੇਲ ਅਤੇ ਫੀਮੇਲ ਗੈਮਿਟਸ ਦੀ ਫਿਊਜ਼ਨ ਦੇ ਨਾਲ ਬਣੇ ਹੋਏ ਹੈਗੇ ਆ। ਦੈਨ ਬੇਟਾ ਆਪਣੇ ਕੋਲੇ
ਏਸੈਕਸ਼ੁਅਲ ਰਿਪਰੋਡਕਸ਼ਨ ਫਾਸਟ ਹੁੰਦੀ ਹੈ, ਸੈਕਸ਼ੁਅਲ ਰਿਪਰੋਡਕਸ਼ਨ ਸਲੋ ਹੈਗੀ ਹੈ। ਏਸੈਕਸ਼ੁਅਲ ਰਿਪਰੋਡਕਸ਼ਨ ਦੇ ਵਿੱਚ ਕੋਈ ਵੀ ਵੇਰੀਏਸ਼ਨ ਨਹੀਂ ਆਉਂਦੀ, ਇਸ ਕਰਕੇ ਆਇਡੈਂਟੀਕਲ ਕਾਪੀਜ਼ ਬਣ ਜਾਂਦੀਆਂ ਨੇ, ਡਾਟਰ ਸੈਲਸ ਅਸੀਂ ਇਹਨਾਂ ਨੂੰ ਕਲੋਨ ਵੀ ਕਹਿ ਸਕਦੇ ਹਾਂ। ਜਦੋਂ ਕਿ ਸੈਕਸ਼ੁਅਲ ਰਿਪਰੋਡਕਸ਼ਨ ਦੇ ਵਿੱਚ ਬੇਟਾ ਵੇਰੀਏਸ਼ਨਸ ਆਉਂਦੀਆਂ ਨੇ, ਜੇ ਵੇਰੀਏਸ਼ਨਸ ਆਉਣਗੀਆਂ ਫਿਰ ਹੀ ਬੇਟਾ ਐਵੋਲਿਊਸ਼ਨ ਹੋਏਗੀ, ਅਰਥ ਦੇ ਉੱਤੇ ਨਵੀਆਂ ਵੈਰਾਈਟੀਜ਼ ਜਿਹੜੀਆਂ ਉਹ ਪ੍ਰੋਡਿਊਸ ਹੋਣਗੀਆਂ। ਸੋ ਸੈਕਸ਼ੁਅਲ ਰਿਪਰੋਡਕਸ਼ਨ ਐਵੋਲਿਊਸ਼ਨ ਦੇ ਲਈ, ਜੀਵ ਵਿਕਾਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਦੈਨ ਕੁਝ ਕੁਐਸਚਨਸ ਨੇ, ਵਾਈ ਦਾ ਆਫਸਪ੍ਰਿੰਗ ਫਾਊਂਡ ਬਾਈ ਏਸੈਕਸ਼ੁਅਲ ਰਿਪਰੋਡਕਸ਼ਨ ਆਰ ਰੈਫਰ ਟੂ ਐਜ਼ ਕਲੋਨਸ। ਮੈਂ ਹੁਣੇ ਗੱਲ ਕੀਤੀ ਹੈ ਕਿ ਏਸੈਕਸ਼ੁਅਲ ਰਿਪਰੋਡਕਸ਼ਨ ਨਾਲ ਪ੍ਰੋਡਿਊਸ ਆਉਣ ਵਾਲੇ ਆਰਗੈਨਿਜ਼ਮ ਕਿਉਂਕਿ ਇੱਕ ਹੀ ਪੇਰੈਂਟ ਤੋਂ ਆ ਰਹੇ ਹੈ, ਇਸ ਕਰਕੇ ਉਹਨਾਂ ਦੇ ਵਿੱਚ ਕੋਈ ਨਵਾਂ ਕਰੈਕਟਰ ਨਹੀਂ ਆ ਰਿਹਾ, ਉਹਨਾਂ ਦਾ ਸਾਰਾ ਜਿਹੜਾ ਜੈਨੇਟਿਕ ਮੇਕਅਪ ਹੈ ਉਹ ਪੇਰੈਂਟਸ ਦੇ ਨਾਲ ਹੀ ਮਿਲਦਾ ਜੁਲਦਾ ਹੋਊਗਾ। ਜਦੋਂ ਜੈਨੇਟਿਕ ਮੇਕਅਪ ਪੇਰੈਂਟਸ ਦੇ ਨਾਲ ਮਿਲਦਾ ਜੁਲਦਾ ਹੈਗਾ, ਇਸ ਕਰਕੇ ਉਹਦੀਆਂ ਆਇਡੈਂਟੀਕਲ ਕਾਪੀਜ਼ ਹੋਣਗੀਆਂ ਤੇ ਅਸੀਂ ਉਹਨਾਂ ਨੂੰ ਕਲੋਨ ਵੀ ਕਹਿ ਸਕਦੇ ਹਾਂ। ਵਾਈ ਕਾਂਟ ਮਲਟੀ ਸੈਲੂਲਰ ਆਰਗੈਨਿਜ਼ਮ ਰੀਪਰੋਡਿਊਸ ਬਾਈ ਸੈਲ ਡਿਵੀਜ਼ਨ। ਸੋ ਜਿਹੜੇ ਯੂਨੀਸੈਲੂਲਰ ਆਰਗੈਨਿਜ਼ਮ ਨੇ ਇਹ ਤਾਂ ਸਿੰਪਲ ਸੈਲ ਡਿਵੀਜ਼ਨ ਨਾਲ, ਬਾਈਨਰੀ ਫਿਜ਼ਨ ਨਾਲ, ਜਿਵੇਂ ਅਮੀਬਾ ਦੀ ਅਸੀਂ ਗੱਲ ਕੀਤੀ ਹੈ, ਮਲਟੀਪਲਾਈ ਕਰ ਜਾਂਦੇ ਨੇ। ਬਟ ਮਲਟੀ ਸੈਲੂਲਰ ਆਰਗੈਨਿਜ਼ਮ ਕਿਉਂ ਨਹੀਂ ਕਰਦੇ ਬੇਟਾ? ਸੋ ਇਸ ਦੇ ਵਿੱਚ ਕੀ ਹੈ, ਮਲਟੀ ਸੈਲੂਲਰ ਆਰਗੈਨਿਜ਼ਮ ਦੇ ਵਿੱਚ ਵੀ ਸੈਲ ਡਿਵੀਜ਼ਨ ਤਾਂ ਹੁੰਦੀ ਹੈ, ਬਟ ਉਹ ਸੈਲ ਡਿਵੀਜ਼ਨ ਉਹਨਾਂ ਦੀ ਗਰੋਥ ਦੇ ਵਿੱਚ ਹੈਲਪ ਕਰਦੀ ਹੈ, ਉਹਨਾਂ ਦੀ ਰੀਪਰੋਡਕਸ਼ਨ ਦੇ ਵਿੱਚ ਨਹੀਂ ਹੈਲਪ ਕਰਦੀ, ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸੈਲਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਹਰ ਰੋਜ਼ ਸੈੱਲ ਜਿਹੜੇ ਹੈਗੇ ਨੇ ਉਹ ਖਤਮ ਹੋ ਜਾਂਦੇ ਨੇ ਅਤੇ ਨਵੇਂ ਸੈੱਲ ਉਹਨਾਂ ਦੀ ਜਗ੍ਹਾ ਦੇ ਉੱਤੇ ਆ ਜਾਂਦੇ ਨੇ। ਸੋ ਸਾਰੇ ਸੈਲਸ ਦਾ ਇੱਕੋ ਹੀ ਟਾਈਮ ਦੇ ਉੱਤੇ ਡਿਵਾਈਡ ਕਰਕੇ ਇੱਕ ਨਵਾਂ ਆਰਗੈਨਿਜ਼ਮ ਬਣਾਉਣਾ ਉਹ ਪੋਸੀਬਲ ਨਹੀਂ ਹੈਗਾ। ਇਸ ਕਰਕੇ ਬੇਟਾ ਇਹਨਾਂ ਕੋਲੇ ਰੀਪਰੋਡਕਸ਼ਨ ਦੇ ਲਈ ਵੈਲ ਡਿਵੈਲਪਡ ਰੀਪਰੋਡਕਟਿਵ ਆਰਗਨਸ ਹੁੰਦੇ ਨੇ ਅਤੇ ਉਹੀ ਰੀਪਰੋਡਕਸ਼ਨ ਦੇ ਵਿੱਚ ਹੈਲਪ ਕਰਦੇ ਆ। ਦੈਨ ਵਾਟ ਇਜ਼ ਸੈਕਸ਼ੁਅਲ ਰੀਪਰੋਡਕਸ਼ਨ, ਅਸੀਂ ਆਲਰੇਡੀ ਦੱਸਤਾ, ਵਿਚ ਇਨਵੋਲਵ ਬੋਥ ਮੇਲ ਐਂਡ ਫੀਮੇਲ ਗੈਮੀਟ। ਦੈਨ ਵਾਟ ਇਜ਼ ਏਸੈਕਸ਼ੁਅਲ ਰਿਪਰੋਡਕਸ਼ਨ, ਇਸ ਦਾ ਆਨਸਰ ਹੀ ਬੇਟਾ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਸੋ ਇਹ ਸੀ ਸਾਡੀ ਅਸਾਈਨਮੈਂਟ ਨੰਬਰ 1। ਅਸਾਈਨਮੈਂਟ ਨੰਬਰ 1 ਦੇ ਨਾਲ ਹੀ ਬੇਟਾ ਅਸੀਂ ਅਸਾਈਨਮੈਂਟ ਨੰਬਰ 2 ਵੀ ਡਿਸਕਸ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਏਸੈਕਸ਼ੁਅਲ ਰਿਪਰੋਡਕਸ਼ਨ ਬਾਰੇ ਦੱਸਿਆ, ਕਿਉਂਕਿ ਇਹ ਬੜਾ ਬੇਸਿਕ ਜਿਹਾ ਕੰਮ ਬੇਟਾ ਇਸ ਦੇ ਵਿੱਚ ਪਹਿਲੇ ਚੈਪਟਰ ਦੇ ਵਿੱਚ ਹੈਗਾ। ਸੋ ਏਸੈਕਸ਼ੁਅਲ ਰਿਪਰੋਡਕਸ਼ਨ ਬੇਟਾ ਕੀ ਹੁੰਦੀ ਹੈ, ਵਿਚ ਡਜ਼ ਨਾਟ ਇਨਵੋਲਵ ਦਾ ਫਿਊਜ਼ਨ ਆਫ ਗੈਮੀਟਸ, ਕਿਉਂਕਿ ਗੈਮੀਟਸ ਦੀ ਫਾਰਮੇਸ਼ਨ ਨਹੀਂ ਹੁੰਦੀ, ਇਸ ਕਰਕੇ ਸਿੰਗਲ ਪੇਰੈਂਟ ਜਿਹੜਾ ਹੈਗਾ ਬੇਟਾ ਇਸ ਦੇ ਵਿੱਚ ਇਨਵੋਲਵ ਹੁੰਦਾ ਹੈ। ਸੋ ਇਹ ਜਿਹੜੀ ਹੈਗੀ ਹੈ ਬੇਟਾ ਏਸੈਕਸ਼ੁਅਲ ਰਿਪਰੋਡਕਸ਼ਨ ਦੇ ਅਲੱਗ-ਅਲੱਗ ਮੋਡਸ ਸਾਡੇ ਕੋਲ ਹੈਗੇ ਨੇ, ਉਹ ਮੋਡਸ ਅਸੀਂ ਡਿਸਕਸ ਕਰਨੇ ਆ। ਬਟ ਬਿਫੋਰ ਦੈਟ ਇਹਦੇ ਇੱਕ ਵਾਰ ਕਰੈਕਟਰਿਸਟਿਕਸ ਬੇਟਾ ਅਸੀਂ ਦੇਖਦੇ ਹਾਂ। ਓਨਲੀ ਵਨ ਪੇਰੈਂਟ ਇਜ਼ ਇਨਵੋਲਵਡ, ਜਦੋਂ ਇੱਕੋ ਹੀ ਪੇਰੈਂਟ ਇਨਵੋਲਵ ਹੋ ਰਿਹਾ ਗੈਮੀਟ ਫਾਰਮੇਸ਼ਨ ਨਹੀਂ ਹੋਏਗੀ, ਸੋ ਨੋ ਫਰਟੀਲਾਈਜੇਸ਼ਨ ਔਰ ਗੈਮੀਟ ਫਾਰਮੇਸ਼ਨ ਟੇਕਸ ਪਲੇਸ। ਇਹ ਬੜੇ ਸ਼ਾਰਟ ਟਾਈਮ ਦੇ ਵਿੱਚ ਹੋ ਜਾਂਦਾ ਹੈ ਅਤੇ ਇਹ ਬੇਟਾ ਆਰਗੈਨਿਜ਼ਮ ਰੈਪਿਡਲੀ ਮਲਟੀਪਲਾਈ ਕਰਦੇ ਹੈ ਅਤੇ ਸਾਰੇ ਜਿਹੜੇ ਆਰਗੈਨਿਜ਼ਮਸ ਨੇ ਜੈਨੇਟਿਕਲੀ ਸਿਮੀਲਰ ਨੇ, ਇੱਕ ਦੂਸਰੇ ਦੇ ਨਾਲ ਬੇਟਾ ਜਿਹੜੇ ਹੈਗੇ ਨੇ ਇਹ ਮਿਲਦੇ ਜੁਲਦੇ ਨੇ। ਮਿਲਦੇ ਜੁਲਦੇ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਇਹਨਾਂ ਨੂੰ ਕਲੋਨਸ ਅਸੀਂ ਕਹਿੰਦੇ ਹਾਂ। ਦੈਨ ਕੁਛ ਕੁ ਮੋਡਸ ਡਿਸਕਸ ਕੀਤੇ ਗਏ ਆ। ਸਭ ਤੋਂ ਪਹਿਲਾ ਜਿਹੜਾ ਮੋਡ ਹੈਗਾ ਦੈਟ ਇਜ਼ ਬਾਈਨਰੀ ਫਿਜ਼ਨ। ਮੈਨੂੰ ਲੱਗਦਾ ਕਿ ਅਸੀਂ ਇਹ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਬਾਈਨਰੀ ਫਿਜ਼ਨ ਜਿਹੜੀ ਅਮੀਬਾ ਦੇ ਵਿੱਚ ਹੁੰਦੀ ਹੈ। ਫਿਜ਼ਨ ਦਾ ਮਤਲਬ ਹੁੰਦਾ ਡਿਵਾਈਡ ਹੋਣਾ। ਸੋ ਆਰਗੈਨਿਜ਼ਮ ਕਿਸ ਤਰੀਕੇ ਨਾਲ ਬੇਟਾ ਡਿਵਾਈਡ ਕਰਦਾ ਹੈ। ਸੋ ਬੜਾ ਹੀ ਸਿੰਪਲ ਮੈਥਡ ਸਾਡੇ ਕੋਲ ਇਹ ਹੈਗਾ, ਜਿਸ ਤਰ੍ਹਾਂ ਅਮੀਬਾ ਦੇ ਵਿੱਚ ਇਹ ਪੇਰੈਂਟ ਸੈੱਲ ਹੈਗਾ, ਹੌਲੀ ਹੌਲੀ ਬੇਟਾ ਇਸ ਦੀ ਸੈੱਲ ਜਿਹੜੀ ਮੈਂਬਰੇਨ ਉਹ 'ਚ ਕੰਸਟਰਕਸ਼ਨ ਡਿਵੈਲਪ ਹੋਣੀ ਸ਼ੁਰੂ ਹੋ ਗਈ ਅਤੇ ਇਸ ਦਾ ਨਿਊਕਲੀਅਸ ਵੀ ਜਿਹੜਾ 2 ਦੇ ਵਿੱਚ ਡਿਵਾਈਡ ਹੋਣਾ ਸ਼ੁਰੂ ਹੋ ਗਿਆ। ਅਲਟੀਮੇਟਲੀ ਸੈੱਲ 2 ਸੈਲਸ ਦੇ ਵਿੱਚ ਡਿਵਾਈਡ ਹੋ ਜਾਂਦਾ। ਸੋ ਇਹ ਜਿਹੜੀ ਡਿਵੀਜ਼ਨ ਹੈਗੀ ਹੈ ਬੇਟਾ ਇਹ ਮਾਈਟੋਟਿਕ ਡਿਵੀਜ਼ਨ ਹੁੰਦੀ ਹੈ, ਜਿਹਦੇ ਵਿੱਚ ਕ੍ਰੋਮੋਸੋਮ ਨੰਬਰ ਜਿਹੜਾ ਸੇਮ ਰਹਿੰਦਾ ਹੈ। ਦੈਨ ਹੈ ਫਰੈਗਮੈਂਟੇਸ਼ਨ। ਫਰੈਗਮੈਂਟੇਸ਼ਨ ਪਲੈਨੇਰੀਆ ਦੇ ਵਿੱਚ ਜਾਂ ਸਪਾਇਰੋਗੈਰਾ ਦੇ ਵਿੱਚ ਹੁੰਦੀ ਹੈ, ਜਿਹਦੇ ਵਿੱਚ ਬੇਟਾ ਪੇਰੈਂਟ ਬਾਡੀ ਜਿਹੜੀ ਬਹੁਤ ਸਾਰੇ ਫਰੈਗਮੈਂਟਸ ਦੇ ਵਿੱਚ ਟੁੱਟ ਜਾਂਦੀ, ਹਿੱਸਿਆਂ ਦੇ ਵਿੱਚ ਟੁੱਟ ਜਾਂਦੀ ਹੈ ਅਤੇ ਉਹ ਜਿਹੜੇ ਬੇਟਾ ਪਾਰਟਸ ਹੈਗੇ ਨੇ ਹਰ ਇੱਕ ਪਾਰਟ ਨਵੇਂ ਆਰਗੈਨਿਜ਼ਮ ਦੇ ਵਿੱਚ ਡਿਵੈਲਪ ਹੋ ਜਾਂਦਾ ਹੈ। ਜਿਵੇਂ ਬੇਟਾ ਇੱਥੇ ਦਿਖਾਇਆ ਗਿਆ ਕਿ ਇਸ ਦੇ ਵਿੱਚ ਫਰੈਗਮੈਂਟੇਸ਼ਨ ਹੋ ਗਈ, ਬਾਡੀ ਜਿਹੜੀ ਹੈਗੀ ਹੈ ਬੇਟਾ ਉਹ 3 ਪਾਰਟਸ ਦੇ ਵਿੱਚ ਟੁੱਟ ਗਈ। ਸੋ ਪਾਰਟ 1, ਪਾਰਟ 2 ਐਂਡ ਪਾਰਟ 3। ਹਰ ਇੱਕ ਪਾਰਟ ਜਿਹੜਾ ਹੈਗਾ, ਪਾਰਟ 1 ਗਰੋ ਕੀਤਾ ਨਵਾਂ ਆਰਗੈਨਿਜ਼ਮ ਬਣ ਗਿਆ, ਪਾਰਟ 2 ਗਰੋ ਕੀਤਾ ਨਵਾਂ ਆਰਗੈਨਿਜ਼ਮ ਬਣ ਗਿਆ, ਪਾਰਟ 3 ਗਰੋ ਕੀਤਾ ਤਾਂ ਨਵਾਂ ਆਰਗੈਨਿਜ਼ਮ ਬਣ ਗਿਆ। ਸੋ ਇੱਕ ਪੇਰੈਂਟ ਬਾਡੀ ਦਾ ਅਲੱਗ-ਅਲੱਗ ਪਾਰਟਸ ਦੇ ਵਿੱਚ ਫਰੈਗਮੈਂਟਸ ਦੇ ਵਿੱਚ ਟੁੱਟ ਜਾਣਾ ਅਤੇ ਹਰ ਇੱਕ ਫਰੈਗਮੈਂਟ ਤੋਂ ਨਵਾਂ ਆਰਗੈਨਿਜ਼ਮ ਡਿਵੈਲਪ ਹੋ ਜਾਣਾ, ਦੈਟ ਇਜ਼ ਫਰੈਗਮੈਂਟੇਸ਼ਨ। ਦੈਨ ਬੇਟਾ ਰੀਜਨਰੇਸ਼ਨ। ਰੀਜਨਰੇਸ਼ਨ ਬੇਟਾ ਜਿਹੜੀ ਹੈਗੀ ਹੈ ਕਿ ਸਾਡੀ ਬਾਡੀ ਦਾ ਮੰਨ ਲਓ ਕੋਈ ਪਾਰਟ ਜਿਹੜਾ ਉਹਦਾ ਲੋਸ ਹੋ ਗਿਆ ਅਤੇ ਉਹ ਪਾਰਟ ਨੂੰ ਅਸੀਂ ਰੀਜਨਰੇਟ ਕਰ ਲਈਏ ਤਾਂ ਉਹ ਜਿਹੜੀ ਚੀਜ਼ ਹੁੰਦੀ ਰੀਜਨਰੇਸ਼ਨ ਹੁੰਦੀ ਹੈ। ਬਟ ਕਿਉਂਕਿ ਅਸੀਂ ਇੱਥੇ ਇਸ ਨੂੰ ਮੋਡ ਆਫ ਏਸੈਕਸ਼ੁਅਲ ਰਿਪਰੋਡਕਸ਼ਨ ਦੇ ਤੌਰ 'ਤੇ ਲੈਣਾ ਤਾਂ ਇਸ ਦੇ ਵਿੱਚ ਬੇਟਾ ਜਿਵੇਂ ਅਸੀਂ ਹਾਈਡਰਾ ਦੀ ਜਾਂ ਪਲੈਨੇਰੀਆ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੀ ਹੈ ਕਿ ਬਾਡੀ ਦਾ ਜਿਹੜਾ ਇੱਕ ਪਾਰਟ ਹੈਗਾ ਬੇਟਾ ਉਹ ਇੱਕ ਪਾਰਟ ਬਾਕੀ ਪਾਰਟਸ ਨੂੰ ਆਪਣੇ ਉੱਤੇ ਰੀਜਨਰੇਟ ਕਰ ਲੂਗਾ, ਆਪਣੇ ਉੱਤੇ ਪ੍ਰੋਡਿਊਸ ਕਰ ਲੂਗਾ। ਤਾਂ ਉਹ ਚੀਜ਼ ਬੇਟਾ ਜਿਹੜੀ ਹੈਗੀ ਇਸ ਦੇ ਉੱਤੇ ਦਿਖਾਈ ਗਈ ਹੈ, ਬਿਲਕੁਲ ਜਿਵੇਂ ਅਸੀਂ ਫਰੈਗਮੈਂਟੇਸ਼ਨ ਦੇ ਵਿੱਚ ਦਿਖਾਈ ਸੀ ਉਸੇ ਤਰੀਕੇ ਨਾਲ ਹੀ ਬਾਡੀ ਦੇ ਇੱਕ ਪਾਰਟ ਤੋਂ ਬਾਕੀ ਬਾਡੀ ਜਿਹੜੀ ਪੂਰੀ ਬਾਡੀ ਜੇ ਬਣ ਜਾਂਦੀ ਹੈ ਤਾਂ ਅਸੀਂ ਉਸ ਨੂੰ ਕੀ ਬੋਲਾਂਗੇ, ਰੀਜਨਰੇਸ਼ਨ।
ਦੈਨ ਬਡਿੰਗ ਦੀ ਐਗਜ਼ਾਮਪਲ ਅਸੀਂ ਬੇਟਾ ਅਸਾਈਨਮੈਂਟ ਨੰਬਰ 1 ਦੇ ਵਿੱਚ ਵੀ ਡਿਸਕਸ ਕੀਤੀ ਹੈ। ਹਾਈਡਰਾ ਦੇ ਵਿੱਚ ਬਡਿੰਗ ਹੁੰਦੀ ਹੈ, ਪੇਰੈਂਟ ਬੋਡੀ ਹੈ, ਇਸ ਤੋਂ ਬੇਟਾ ਇੱਕ ਪ੍ਰੋਟਿਊਬਰੈਂਸ ਦਿਖਾਈ ਦਿੰਦੀ ਹੈ ਜਿਸ ਨੂੰ ਅਸੀਂ ਬੱਡ ਬੋਲਦੇ ਹਾਂ। ਇਹ ਬੱਡ ਗਰੋ ਕਰਦਾ ਅਤੇ ਹੌਲੀ ਹੌਲੀ ਟੈਂਟੇਕਲਸ ਡਿਵੈਲਪ ਕਰਨੇ ਸ਼ੁਰੂ ਕਰ ਦਿੰਦਾ। ਸਾਰੇ ਪਾਰਟਸ ਜਦੋਂ ਇਹ 'ਤੇ ਡਿਵੈਲਪ ਹੋ ਜਾਂਦੇ ਨੇ, ਫੁੱਲੀ ਮੈਚਿਓਰ ਹੋ ਜਾਂਦਾ ਹੈ, ਦੈਨ ਇਹ ਪੇਰੈਂਟ ਬੋਡੀ ਤੋਂ ਬ੍ਰੇਕ ਹੋ ਜਾਂਦਾ ਅਤੇ ਬ੍ਰੇਕ ਹੋ ਕੇ ਜਿਹੜਾ ਹੈਗਾ ਇੱਕ ਡਾਟਰ ਹਾਈਡਰਾ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਸੋ ਇਹ ਬੇਟਾ ਜਿਹੜੀ ਹੈਗੀ ਹੈ ਬਡਿੰਗ ਸੀਗੀ ਹਾਈਡਰਾ ਦੇ ਵਿੱਚ। ਇੰਪੋਰਟੈਂਟ ਬੇਟਾ ਸਾਡੇ ਲਈ ਕੀ ਬਣ ਜਾਂਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ, ਕਈ ਵਾਰੀ ਇਹ 'ਚ 1 ਨੰਬਰ ਦਾ ਹੀ ਕੁਐਸਚਨ ਆਉਂਦਾ ਤਾਂ ਐਗਜ਼ਾਮਪਲ ਪੁੱਛ ਲੈਂਦਾ ਕਿ ਹਾਈਡਰਾ ਦੇ ਵਿੱਚ ਕਿਹੜਾ ਮੋਡ ਆਫ ਰੀਪਰੋਡਕਸ਼ਨ ਹੁੰਦਾ। 4 ਆਪਸ਼ਨਸ ਦਿੱਤੀਆਂ ਹੁੰਦੀਆਂ, ਸਪੋਰ ਫਾਰਮੇਸ਼ਨ ਹੈ, ਬਡਿੰਗ ਹੈ, ਬਾਈਨਰੀ ਫਿਜ਼ਨ ਹੈ, ਰੀਜਨਰੇਸ਼ਨ ਹੈ, ਤਾਂ ਉੱਥੇ ਅਸੀਂ ਕਰੈਕਟ ਆਪਸ਼ਨ ਜਿਹੜੀ ਬਡਿੰਗ ਦੇਣੀ ਹੈ। ਇਸ ਤਰ੍ਹਾਂ ਦੇ ਕੁਐਸਚਨਸ ਬੇਟਾ ਇਹ 'ਚੋਂ ਆਉਂਦੇ ਹੈ। ਦੈਨ ਨੈਕਸਟ ਮੋਡ ਆਫ ਰੀਪਰੋਡਕਸ਼ਨ ਇਜ਼ ਸਪੋਰ ਫਾਰਮੇਸ਼ਨ। ਸਪੋਰ ਫਾਰਮੇਸ਼ਨ ਦੇ ਵਿੱਚ ਕੀ ਹੁੰਦਾ ਬੇਟਾ, ਕੁਛ ਕੁ ਜਿਹੜੇ ਆਰਗੈਨਿਜ਼ਮ ਦੇ ਵਿੱਚ ਜਿਵੇਂ ਯੀਸਟ ਦੇ ਵਿੱਚ ਹੈਗਾ ਇਹ, ਜਦੋਂ ਅਨਫੇਵਰੇਬਲ ਕੰਡੀਸ਼ਨਸ ਹੁੰਦੀਆਂ ਤਾਂ ਆਰਗੈਨਿਜ਼ਮ ਸੈਕ ਲਾਈਕ ਸਟਰਕਚਰ ਡਿਵੈਲਪ ਕਰ ਲੈਂਦਾ। ਇਸ ਤਰੀਕੇ ਦਾ ਆਰਗੈਨਿਜ਼ਮ ਹੈ, ਉਹਦੇ 'ਤੇ ਐਵੇਂ ਸੈਕ ਲਾਈਕ ਸਟਰਕਚਰਸ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਸਪੋਰੈਂਜੀਅਮ ਬੋਲਦੇ ਹਾਂ। ਅਤੇ ਇਹ ਜਿਹੜਾ ਸਪੋਰੈਂਜੀਅਮ ਹੈਗਾ, ਇਸ ਸਪੋਰੈਂਜੀਅਮ ਦੇ ਵਿੱਚ ਸਪੋਰਸ ਡਿਵੈਲਪ ਹੋ ਜਾਂਦੇ ਹੈ। ਇੱਕ ਤਰੀਕੇ ਨਾਲ ਜਿਵੇਂ ਆਪਾਂ ਕਹਿੰਦੇ ਹਾਂ ਕਿ ਕਿਸੇ ਸੈਕਸ਼ੂਅਲ ਰੀਪਰੋਡਕਸ਼ਨ ਦੇ ਨਾਲ ਬੀਜ ਬਣਦੇ, ਸੀਡਸ ਬਣਦੇ ਹੈ, ਤਾਂ ਉਸੇ ਤਰੀਕੇ ਨਾਲ ਹੀ ਇਹ ਸੈਕਸ਼ੂਅਲ ਰੀਪਰੋਡਕਸ਼ਨ ਦੇ ਨਾਲ ਸਪੋਰੈਂਜੀਅਮ ਦੇ ਵਿੱਚ ਸਪੋਰਸ ਬਣ ਜਾਂਦੇ ਨੇ। ਅਤੇ ਜਦੋਂ ਹੀ ਸਪੋਰੈਂਜੀਅਮ ਬਰਸਟ ਹੋਊਗਾ, ਫਟ ਜੂਗਾ, ਤਾਂ ਇਹਦੇ ਵਿੱਚੋਂ ਸਪੋਰਸ ਬਾਹਰ ਆਉਣਗੇ ਅਤੇ ਜਿਹੜੇ ਸਪੋਰਸ ਬਾਹਰ ਆ ਗਏ, ਇਹਨਾਂ ਸਪੋਰਸ ਤੋਂ ਜਿਹੜੇ ਹੈਗੇ ਨੇ ਨਵੇਂ ਆਰਗੈਨਿਜ਼ਮ ਜਿਹੜੇ ਹੈਗੇ ਨੇ ਬੇਟਾ, ਨਵੇਂ ਯੀਸਟ ਜਿਹੜੀ ਹੈਗੀ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਸੀਡਸ ਦੀ ਤਰ੍ਹਾਂ ਹੀ ਹੈ, ਬਟ ਫਰਕ ਕੀ ਹੈ ਕਿ ਜਿਹੜੇ ਸੀਡਸ ਬਣਦੇ ਨੇ ਉਹ ਸੈਕਸ਼ੂਅਲ ਰੀਪਰੋਡਕਸ਼ਨ ਨਾਲ ਬਣਦੇ ਆ, ਮੇਲ ਅਤੇ ਫੀਮੇਲ ਗੈਮੇਟ ਦੀ ਫਿਊਜ਼ਨ ਨਾਲ ਬਣਦੇ ਹੈ, ਜਦੋਂ ਕਿ ਇਹ ਬੇਟਾ ਜਿਹੜੇ ਹੈਗੇ ਨੇ ਮਾਈਟੋਸਿਸ ਦੇ ਨਾਲ, ਇਹ ਸੈਕਸ਼ੂਅਲ ਰੀਪਰੋਡਕਸ਼ਨ ਦੇ ਨਾਲ ਬਣੇ ਹੋਏ ਹੁੰਦੇ ਹੈ। ਦੈਨ ਆਪਣੇ ਕੋਲੇ ਕੁਛ ਕੁ ਕੁਐਸਚਨਸ ਹੈਗੇ ਹੈ। what are the 2 inheritable characters of amoeba and yeast that favor asexual reproduction in them? ਇਹਨਾਂ 'ਚ ਕਿਸ ਕਾਰਨ ਕਰਕੇ ਜਿਹੜੀ asexual reproduction ਹੁੰਦੀ ਹੈ। ਇਹਦੇ 'ਚ ਕੀ ਇਹਨਾਂ ਦਾ ਸਟਰਕਚਰ ਬੜਾ ਸਿੰਪਲ ਹੈ, ਸਿੰਪਲ ਸਟਰਕਚਰ ਹੋਣ ਕਰਕੇ ਇਹਨਾਂ ਦੀ ਰਿਪਰੋਡਕਸ਼ਨ ਬੜੀ ਫਾਸਟ ਹੋ ਜਾਂਦੀ ਹੈ, ਡਿਵੀਜ਼ਨ, ਅਤੇ ਯੂਨੀਸੈਕਸ਼ੂਅਲ ਨੇ, ਯੂਨੀਪੇਰੈਂਟਲ ਹੈਗੇ ਨੇ ਇਹ। ਦੈਨ ਸਾਡੇ ਕੋਲੇ ਬਾਈਨਰੀ ਫਿਜ਼ਨ ਅਤੇ ਮਲਟੀਪਲ ਫਿਜ਼ਨ ਦੇ ਵਿੱਚ ਕੀ ਫਰਕ ਹੈ। ਬਾਈਨਰੀ ਫਿਜ਼ਨ ਦੇ ਵਿੱਚ ਇੱਕ ਪੇਰੈਂਟ ਜਿਹੜਾ 2 ਦੇ ਵਿੱਚ ਡਿਵਾਈਡ ਹੁੰਦਾ ਹੈ, ਮਲਟੀਪਲ ਫਿਜ਼ਨ ਦੇ ਵਿੱਚ ਬਹੁਤ ਜ਼ਿਆਦਾ ਦੇ ਵਿੱਚ ਡਿਵਾਈਡ ਹੋ ਜਾਂਦਾ। ਹੁਣ ਬਹੁਤ ਜ਼ਿਆਦਾ ਦੇ ਵਿੱਚ ਕਿਵੇਂ ਡਿਵਾਈਡ ਹੋਊਗਾ, ਜਿਵੇਂ ਪਲਾਜ਼ਮੋਡੀਅਮ ਦੇ ਵਿੱਚ ਹੁੰਦਾ ਇੱਕ ਸੈੱਲ ਹੈ, ਇਹਦੇ ਵਿੱਚ ਇੱਕ ਨਿਊਕਲੀਅਸ ਹੈ, ਇਹ ਨਿਊਕਲੀਅਸ ਡਿਵਾਈਡ ਕਰਦਾ ਜਾਊਗਾ, ਬਹੁਤ ਸਾਰੇ ਨਿਊਕਲੀਅਸ ਦੇ ਵਿੱਚ ਡਿਵਾਈਡ ਕਰ ਜੂਗਾ, ਅਤੇ ਇਸ ਦੀ ਜਿਹੜੀ ਹੈਗੀ ਹੈ ਸੈੱਲ ਵਾਲ ਬਾਹਰਲੀ ਹਜੇ ਰਪਚਰ ਨਹੀਂ ਹੋਈ। ਹਰ ਇੱਕ ਦੇ ਅਰਾਊਂਡ ਜਿਹੜੀ ਪਲਾਜ਼ਮਾ ਮੈਂਬਰੇਨ ਜਨਰੇਟ ਹੋ ਜੂਗੀ, ਅਤੇ ਹਰ ਇੱਕ ਜਿਹੜਾ ਹੈਗਾ ਇੱਕ ਨਵੇਂ ਆਰਗੈਨਿਜ਼ਮ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਡਿਵੈਲਪ ਹੋ ਗਿਆ, ਬਟ ਹਜੇ ਬਾਹਰਲੀ ਵਾਲ ਇੰਟੈਕਟ ਹੈ। ਫਿਰ ਬਾਹਰਲੀ ਵਾਲ ਜਦੋਂ ਰਪਚਰ ਕਰੂਗੀ ਤਾਂ ਇਹ ਸਾਰੇ ਨਵੇਂ ਆਰਗੈਨਿਜ਼ਮ ਬਾਹਰ ਆ ਜਾਣਗੇ। ਇਹਦਾ ਮਤਲਬ ਇੱਕ ਤੋਂ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਆਰਗੈਨਿਜ਼ਮ ਪ੍ਰੋਡਿਊਸ ਹੋ ਗਏ, ਤਾਂ ਇਹ ਜਿਹੜੀ ਫਿਜ਼ਨ ਹੈਗੀ ਹੈ ਮਲਟੀਪਲ ਫਿਜ਼ਨ ਹੈ। ਬਟ ਜੇ 1 ਤੋਂ 2 ਹੀ ਪ੍ਰੋਡਿਊਸ ਹੁੰਦੇ ਆ ਤਾਂ ਅਸੀਂ ਕਹਿ ਦਿੰਦੇ ਹਾਂ ਬਾਈਨਰੀ ਫਿਜ਼ਨ ਹੈ। ਸੋ ਇਹ ਸੀ ਅਸਾਈਨਮੈਂਟ ਨੰਬਰ 1 ਅਤੇ 2 ਜਿਹੜੀ ਕਿ ਫਿਰੋਜ਼ਪੁਰ ਡਿਸਟ੍ਰਿਕਟ ਦੀ ਟੀਮ ਦੁਆਰਾ ਤਿਆਰ ਕੀਤੀ ਗਈ ਹੈ, ਅਤੇ ਜਿਸ ਦੇ ਵਿੱਚ ਦੀਪਕ ਜੀ ਨੇ ਵਧੀਆ ਕੰਮ ਕੀਤਾ। ਸੋ ਇਹਨਾਂ ਦੋਨਾਂ ਅਸਾਈਨਮੈਂਟਸ ਦੀ ਡਿਸਕਸ਼ਨ ਅਸੀਂ ਅੱਜ ਕਰ ਲਈ ਹੈ। ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਜਿਵੇਂ ਹੋਰ ਅਸਾਈਨਮੈਂਟਸ ਆਉਣਗੀਆਂ ਉਹਨਾਂ ਦੀ ਅਸੀਂ ਡਿਸਕਸ਼ਨ ਨਾਲ ਨਾਲ ਕਰਦੇ ਜਾਵਾਂਗੇ। ਤੁਸੀਂ ਹਰ ਰੋਜ਼ 5-10 ਮਿੰਟ ਕੱਢ ਕੇ ਇਹਨਾਂ ਅਸਾਈਨਮੈਂਟਸ ਨੂੰ ਜ਼ਰੂਰ ਵੇਖਣਾ ਹੈ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮੱਚ।